ਇਹ ਕਹਿ ਰਹੇ ਹਨ ਜਿਵੇਂ ਮਿਰਗਾਬੀ ਪਾਣੀ ਤੋਂ ਉੱਡਦੀ ਹੈ, ਇੱਕ ਬੂੰਦ ਵੀ ਨਾਲ ਨਹੀਂ ਲੈ ਕੇ ਜਾਂਦੀ। ਇੱਦਾਂ ਗੁਰਮੁਖ ਪਿਆਰਾ ਜਦੋਂ ਜਾਂਦਾ ਹੈ ਉਦੋਂ ਸੰਸਾਰ ਦੀ ਮਾਇਆ ਨਾਲ ਲੈ ਕੇ ਨਹੀਂ ਜਾਂਦਾ। ਇਹ ਗਿਆਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲੇ ਵਾਲਿਆਂ ਨੇ ਦਿੱਤਾ ਹੈ। ਤੋ ਉਸ ਜਿਹੜਾ ਪੁਰਾਣਾ ਗਿਆਨ ਹੈ ਉਹਨਾਂ ਨੇ ਦਿੱਤਾ, ਉਹਦੇ ਦੁਆਰਾ ਇਹ ਬੋਲ ਰਹੇ ਹਨ। ਦੇਖੋ, ਸੁਣਿਆ ਸੁਣਾਇਆ ਗਿਆਨ, ਰਟਿਆ ਰਟਾਇਆ। ਫਿਰ ਕਹਿੰਦੇ ਹਨ ਵੀ ਸਾਡੇ ਜਿਹੜੇ ਗੁਰੂ ਸਾਹਿਬਾਨ ਹਨ ਉਹ ਵੀ ਤਾਂ ਪਰਿਵਾਰ ਦੇ ਵਿੱਚ ਹੀ ਰਹਿੰਦੇ ਸਨ, ਸੰਸਾਰ ਦੇ ਵਿੱਚ ਹੀ ਰਹਿੰਦੇ ਸਨ। ਐਸਾ ਹੀ ਪ੍ਰਮਾਣ ਧਾਰਮਿਕ ਲੋਕ ਜ਼ਿਆਦਾਤਰ ਦਿੰਦੇ ਆ। ਪਰ ਉਹ ਦਿਖਦੇ ਹਨ ਸੰਸਾਰ ਦੇ ਵਿੱਚ ਰਹਿੰਦੇ, ਪਰ ਤੁਹਾਡੇ ਵਾਂਗੂ ਥੋੜ੍ਹੀ ਰਹਿੰਦੇ ਹਨ। ਉਲਝੇ ਥੋੜ੍ਹੀ ਸਨ ਗ੍ਰਸਤ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਉਹਨਾਂ ਦਾ ਮੋਹ ਥੋੜ੍ਹੀ ਸੀ ਪਰਿਵਾਰਾਂ ਦੇ ਨਾਲ। ਇਸੇ ਕਾਰਨ ਹੀ ਤਾਂ ਉਹ ਨਿਸ਼ਚਿੰਤ ਸਨ। ਬੱਚੇ ਸ਼ਹੀਦ ਵੀ ਹੋ ਗਏ, ਪਰਿਵਾਰ ਵੀ ਵਿਛੜ ਗਏ, ਉਹਨਾਂ ਨੂੰ ਕੋਈ ਚਿੰਤਾ ਥੋੜ੍ਹੀ, ਉਹ ਮੋਹਗ੍ਰਸਤ ਥੋੜ੍ਹੀ ਸਨ। ਉਹ ਆਪਣੇ ਪਰਾਏ ਦਾ ਭੇਦ ਥੋੜ੍ਹੀ ਕਰ ਰਹੇ ਸਨ। ਜਿਨ੍ਹਾਂ ਦਾ ਆਪਣਾ ਪਰਾਇਆ ਮਿਟ ਗਿਆ ਉਹੀ ਤੇ ਸਤਿਗੁਰੂ ਹਨ। ਆਪਣੀ ਪਰਕੀ ਮਿਟ ਗਈ ਜਦ ਦੇਖੋ ਤੂੰ, ਤਦੇ ਉਹਨਾਂ ਨੂੰ ਦਿਖਾਈ ਦੇ ਰਿਹਾ ਸੀ ਨਾ ਉਹ ਸਤ, ਆਪਣਾ ਪਰਾਇਆ ਨਹੀਂ। ਤੋ ਵੈਸੇ ਹੀ ਸੰਸਾਰ ਦੇ ਵਿੱਚ ਥੋੜ੍ਹੀ ਵਰਤਦੇ ਆ ਜੈਸਾ ਤੁਸੀਂ ਵਰਤ ਰਹੇ ਹੋ। ਇਸੇ ਕਾਰਨ ਤੇ ਕਿਹਾ ਹੈ ਭਗਤਾ ਤੇ ਸਹਿ ਸਾਰੀਆਂ ਜੋੜ ਕਦੇ ਨਾ। ਬਣਦਾ ਥੋੜ੍ਹੀ। ਤੋ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸੰਸਾਰ ਤੋਂ ਨਿਰਲੇਪ ਸਨ। ਫਿਰ ਦੂਸਰੀ ਗੱਲ ਖਿਆਲ ਵਿੱਚ ਇਹ ਰੱਖਣ ਯੋਗ ਹੈ, ਜਿਵੇਂ ਮੈਂ ਪਹਿਲਾਂ ਵੀ ਕਹੀ ਹੈ ਵੀ ਪੁਰਾਣੇ ਸਮੇਂ ਦੇ ਵਿੱਚ ਸਿਖਾਲਾ ਸੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ। ਅਜੋਕੇ ਸਮੇਂ 'ਚ ਪਦਾਰਥ ਵੱਧ ਗਏ ਹਨ, ਲਗਾਵ ਵੱਧ ਗਏ ਹਨ, ਜੋੜ ਵੱਧ ਗਿਆ ਹੈ, ਮਨ ਚੰਚਲ ਹੋ ਗਿਆ ਹੈ, ਮਨ ਵਿਕਸਿਤ ਹੋ ਗਿਆ ਹੈ, ਜ਼ਿਆਦਾ ਸੰਸਾਰ ਨਾਲ ਜੁੜ ਰਿਹਾ ਹੈ। ਅਤੇ ਹੁਣ ਦੇਖੋ, ਖਿਆਲ ਕਰੋ, ਪੁਰਾਣੇ ਸਮਿਆਂ 'ਚ ਵੀ ਜਿਹੜੇ ਗੁਰੂਆਂ ਕੋਲ ਸਿੱਖ ਆਏ ਸਨ, ਬਾਬਾ ਲਹਿਣਾ ਜੀ ਆਏ ਸਨ, ਪਰਿਵਾਰ ਛੱਡ ਕੇ ਹੀ ਆਏ ਸਨ। ਕਿੰਨੇ ਗੁਰਸਿੱਖ ਆਏ ਸਨ, 5 ਪਿਆਰੇ ਆਏ ਸਨ, ਉਹ ਵੀ ਪਰਿਵਾਰ ਛੱਡ ਕੇ ਹੀ ਆਏ ਸਨ। ਬਹੁਤ ਆਉਂਦੇ ਸਨ ਉਸ ਸਮੇਂ ਵੀ। ਤਾਂ ਉਹਨਾਂ ਨੂੰ ਇਹ ਥੋੜ੍ਹੀ ਕਹਿੰਦੇ ਸਨ ਵੀ ਚਾਹੋ ਤੁਸੀਂ। ਹਾਂ, ਜਿਨ੍ਹਾਂ ਦੀ ਇਹਦੇ ਗ੍ਰਸਤੀ ਕੱਚੀ ਹੋਵੇਗੀ, ਜਾਂ ਕਈ ਐਸਾ ਵੀ ਹਨ, ਐਸੇ ਵੀ ਕਬੀਰ ਜੀ ਵਰਗੇ, ਰਵਿਦਾਸ ਜੀ ਵਰਗੇ, ਕੋਈ ਹੁੰਦਾ ਹੈ ਜਿਹੜਾ ਪਰਿਵਾਰ 'ਚ ਰਹਿ ਕੇ ਵੀ ਮੁਕਤ ਹੋ ਸਕਦਾ, ਪਰ ਉਹ ਬਹੁਤ ਘੱਟ ਹੁੰਦੇ ਆ। ਰਾਜੇ ਜਨਕ ਵਰਗਾ ਕੋਈ ਵਿਰਲਾ ਹੀ ਹੁੰਦਾ ਹੈ। ਇੱਕ ਹੀ ਹੋ ਗਿਆ ਕਾਫੀ। ਸਮਰਾਟ ਹੁੰਦਾ ਹੋਇਆ ਮੋਹ ਮਮਤਾ ਦਾ ਤਿਆਗ ਕਰਕੇ, ਬਹੁਤ ਕਠਿਨ ਹੈ। ਇਸੇ ਕਰਕੇ ਭਗਤ ਵੱਡਾ ਰਾਜਾ ਜਨਕ ਗਿਆ, ਸਿਖਾਲਾ ਨਹੀਂ। ਅਤੇ ਸੰਸਾਰ 'ਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਹੋਣਾ ਬਹੁਤ ਕਠਿਨ ਹੈ। ਇਹ ਸਿਖਾਲਾ ਨਹੀਂ ਹੈ। ਸੰਸਾਰ ਵੱਲੋਂ ਧਿਆਨ ਹਟਾਉਣਾ। ਫਿਰ ਇਹਨਾਂ ਦਾ ਜਿਹੜੇ ਸੰਸਥਾਪਕ ਹੁੰਦੇ ਹਨ ਜਾਂ ਅੱਗੇ ਸੰਸਥਾ ਨੂੰ ਚਲਾਉਣ ਵਾਲੇ ਹੁੰਦੇ ਹਨ, ਡੇਰੇਦਾਰ, ਧਾਰਮਿਕ ਲੋਕ, ਇਹਨਾਂ ਦਾ ਜੋੜ ਜ਼ਿਆਦਾ ਹੁੰਦਾ ਹੈ ਲੋਕਾਂ ਦੇ ਨਾਲ, ਦਾਇਰਾ ਜ਼ਿਆਦਾ ਹੁੰਦਾ ਹੈ ਸੋਚਣ ਦਾ, ਵਿਚਾਰਨ ਦਾ। ਇਹਨਾਂ ਨੂੰ ਛੱਡਣਾ ਬਹੁਤ ਕਠਿਨ ਹੈ। ਖਿਆਲ ਵਿੱਚ ਲਓ, ਆਮ ਸਧਾਰਨਤਾ ਹੈ ਲੋਕਾਂ ਨੂੰ ਛੱਡਣਾ ਸਿਖਾਲਾ ਹੈ। ਜਿੰਨਾ ਵਿਸਥਾਰ ਜ਼ਿਆਦਾ ਹੋਵੇਗਾ ਓਨਾ ਹੀ ਧਿਆਨ ਹਟਾਉਣਾ ਔਖਾ ਹੁੰਦਾ ਹੈ। ਇਸੇ ਕਾਰਨ ਹੀ ਕਿਹਾ ਹੈ ਨਾ, ਜਿੰਨੀ ਚੱਲਣ ਜਾਣਿਆ ਸੇ ਨਾ ਕਰੇ ਵਿਥਾਰ। ਕਹਿੰਦੇ ਉਹ ਵਿਸਥਾਰ ਨਹੀਂ ਕਰਦਾ ਮਨ ਦਾ। ਅਤੇ ਮਨ ਸੰਸਾਰ ਨਾਲ ਜੁੜਿਆ ਹੋਇਆ,
ਤੇ ਜੀਂਦੇ ਜੀ ਸੰਸਾਰ ਨਾਲੋਂ ਸੁਰਤ ਹਟਾਉਣੀ ਹੈ। ਮਰਨ ਤੋਂ ਬਾਅਦ ਕਿਹਨੇ ਦੇਖਿਆ ਹੈ? ਨਾਲੇ ਕੋਈ ਆਣ ਕੇ ਦੱਸਦਾ ਹੈ? ਤੇ ਮਰਨ ਤੋਂ ਬਾਅਦ ਦਾ ਆਸਵਾਸਨ ਤੇ ਬਿਲਕੁਲ ਝੂਠ ਹੈ। ਕਈ ਕਹਿ ਦਿੰਦੇ ਹਨ ਗੁਰੂ ਵਾਲੇ ਹੋ ਜਾਓ, ਮਰਨ ਤੋਂ ਬਾਅਦ ਫਿਰ ਗੁਰੂਪੁਰੀ ਜਾਓਗੇ। ਕੌਣ ਦੇਖ ਰਿਹਾ ਹੈ ਮਰਨ ਤੋਂ ਬਾਅਦ? ਇੱਥੇ ਕਿਹਾ ਜਾਂਦਾ ਵੀ ਜੀਂਦੇ ਜੀ ਮੁਕਤ ਹੋ ਜਾਓਗੇ, ਹੋਏ ਹਨ। ਇਹੋ ਹੀ ਕਿਹਾ ਹੈ ਨਾ, ਜੀਵਤ ਮਰੀਏ ਤਾਂ ਭਾਉ ਜਲ ਤਰੀ, ਤਾਂ ਫਿਰ ਨਾ ਮਰਨ ਨਾ ਹੋਏ। ਤੇ ਮਰਨਾ ਜੀਂਦੇ ਜੀ ਕਿਤੋਂ ਹੈ? ਸੰਸਾਰ ਵੱਲੋਂ। ਜੋ ਮਰਨ ਵੇਲੇ ਛੱਡਣਾ ਹੈ ਸਰੀਰ, ਜਦੋਂ ਛੁੱਟਦਾ ਹੈ ਉਦੋਂ ਛੱਡਣਾ ਹੈ, ਉਹ ਜੀਂਦੇ ਜੀ ਛੱਡ ਦੇਣਾ ਹੈ। ਸੰਸਾਰ ਵੱਲੋਂ ਮਰਨਾ ਹੈ ਨਾ, ਤੇ ਪਰਮਾਤਮਾ ਵੱਲ ਜੀ ਉੱਠਣਾ। ਪਰ ਮਰਨਾ ਬਹੁਤ ਕਠਿਨ ਹੈ। ਇਸੇ ਕਾਰਨ ਕਿਹਾ ਹੈ ਕਰੋੜਾਂ 'ਚ ਕੋਈ ਇੱਕ ਹੈ ਇਹ ਮਰਨਾ ਕਬੂਲ ਕਰਦਾ ਹੈ। ਜਿਸ ਮਰਨੇ ਤੇ ਜਗ ਡਰੇ। ਕਬੀਰ ਜੀ ਕਹਿੰਦੇ ਹਨ ਮੇਰੇ ਮਨ ਆਨੰਦ। ਸਾਰੀ ਦੁਨੀਆ ਡਰਦੀ ਹੈ। ਕਿਹੜੇ ਮਰਨ ਤੋਂ? ਸਰੀਰ ਦੇ ਮਰਨ ਤੋਂ ਨਹੀਂ, ਮਨ ਦੇ ਮਰਨ ਤੋਂ ਲੋਕ ਡਰਦੇ ਆ। ਮਨ ਪੈਦਾ ਹੁੰਦਾ ਹੈ ਸੰਸਾਰ ਦੇ ਲਗਾਵ 'ਚੋਂ, ਝੂਠ ਤੋਂ ਪੈਦਾ ਹੋ ਰਿਹਾ ਹੈ। ਤੇ ਜਦੋਂ ਝੂਠ ਛੁੱਟੇਗਾ ਤਾਂ ਮਨ ਮਰੇਗਾ ਹੀ। ਸੰਸਾਰ ਵੱਲੋਂ ਬਿਲਕੁਲ ਨਾ ਹੋ ਜਾਣਾ ਹੈ। ਇਸੇ ਕਾਰਨ ਕਿਹਾ ਹੈ ਮਨ ਦੇ ਰਾਮ ਲਿਆ ਹੈ। ਤੇ ਬਹੁਤ ਕਠਿਨ ਹੈ। ਤੇ ਇਹ ਕਹਿ ਰਹੇ ਹਨ ਇੱਧਰ ਵੀ ਇਹ ਕਿਸੇ ਸੰਸਥਾ ਦੁਆਰਾ ਬੋਲ ਰਹੇ ਹਨ ਜਾਂ ਕਿਸੇ ਮਤ ਦੁਆਰਾ ਬੋਲ ਰਹੇ ਹਨ। ਨਹੀਂ, ਮੇਰਾ ਕੋਈ ਵੀ ਸੰਸਥਾ ਨਹੀਂ ਹੈ, ਨਾ ਹੀ ਕੋਈ ਮਤ ਹੈ। ਮਤ ਦਾ ਅਰਥ ਹੁੰਦਾ ਹੈ ਇੱਕ ਟੀਚਾ, ਮਤਾ। ਜਿਵੇਂ ਕਿਸੇ ਦਾ ਸਿੱਖ ਮਤਾ ਹੈ, ਕਿਸੇ ਦਾ ਹਿੰਦੂ ਮਤਾ ਹੈ। ਮੇਰਾ ਕੋਈ ਮਤਾ ਥੋੜ੍ਹੀ, ਮੈਂ ਕਿਸੇ ਧਰਮ ਨਾਲ ਥੋੜ੍ਹੀ ਜੋੜ ਰਿਹਾ। ਹਾਂ, ਪੁਰਾਣੇ ਜਿਹੜੇ ਜਾਗਰਤ ਪੁਰਸ਼ ਹੋਏ ਹਨ, ਸਤਿਪੁਰਸ਼ ਗੁਰੂ, ਉਹਨਾਂ ਦੇ ਉਪਦੇਸ਼ ਦੁਆਰਾ ਜ਼ਰੂਰ ਦੱਸਦਾ ਹਾਂ ਤਾਂ ਕਿ ਸਮਝ ਵਿੱਚ ਆ ਸਕੇ ਵੀ ਉਹਨਾਂ ਨੇ ਵੀ ਉਹੀ ਕਿਹਾ ਹੈ। ਕਿਉਂਕਿ ਜ਼ਿਆਦਾ ਸਮਝ ਵਿੱਚ ਆਉਂਦਾ ਹੈ। ਉਹਨਾਂ ਦੇ ਪ੍ਰਮਾਣ ਜ਼ਰੂਰ ਦੇਣਾ, ਸਾਰਿਆਂ ਦੇ ਦੇਣਾ। ਕੋਈ ਮਤ ਥੋੜ੍ਹੀ। ਇਸੇ ਕਾਰਨ ਕਹਿਣਾ ਅਕਸਰ ਵੀ ਜਿਨ੍ਹਾਂ ਨੇ ਕੋਈ ਵੀ ਸੰਸਥਾ ਧਾਰਨ ਕੀਤੀ ਹੋਈ ਹੈ, ਧਰਮ ਧਾਰਨ ਕੀਤਾ, ਕਿਸੇ ਸੰਸਥਾ ਦੇ ਨਾਲ ਜੁੜੇ ਹੋਏ ਹਨ, ਪਰੰਪਰਾ ਦੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਬਹੁਤ ਕਠਿਨ ਹੁੰਦਾ ਹੈ ਉਹ ਪਰੰਪਰਾ ਨੂੰ ਛੱਡਣਾ, ਉਹ ਸੰਸਥਾ ਨੂੰ ਛੱਡਣਾ। ਬਹੁਤ ਹਨ ਤਰ੍ਹਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ, ਪਰੰਪਰਾਵਾਂ ਬਣੀਆਂ ਹੋਈਆਂ। ਜਿਹੜੀ ਵੀ ਸੰਸਥਾ ਦੇ ਨਾਲ ਕੋਈ ਜੁੜਿਆ ਹੋਇਆ ਹੈ, ਬਸ ਉਹਦੇ ਹੀ ਗੁਣਗਾਨ ਕਰ ਰਿਹਾ ਹੈ, ਪਿਛਲਿਆਂ ਦੀਆਂ ਗੱਲਾਂ ਸੁਣਾ ਰਿਹਾ ਹੈ। ਸਾਰੇ ਧਾਰਮਿਕ ਲੋਕ, ਪਰ ਪਿਛਲਿਆਂ ਨੂੰ ਸੁਣ ਕੇ ਤੁਸੀਂ ਅੱਗੇ ਦੱਸ ਰਹੇ ਹੋ। ਸੁਣ ਕੇ ਥੋੜ੍ਹੀ ਗਿਆਨ ਹੋ ਜਾਂਦਾ। ਇਹੋ ਹੀ ਤਾਂ ਸਾਰਿਆਂ ਨੂੰ ਵੱਡੀ ਸਮੱਸਿਆ ਹੈ। ਧਾਰਮਿਕ ਲੋਕਾਂ ਨੂੰ ਸਮਝ ਵਿੱਚ ਇਹ ਗੱਲ ਕਦੇ ਨਹੀਂ ਆਉਂਦੀ ਹੈ ਵੀ ਸੁਣ ਕੇ ਗਿਆਨ ਥੋੜ੍ਹੀ ਹੋਣਾ ਹੈ। ਅਧਿਆਤਮ ਸੁਣਿਆ,
ਸਮਝ ਵਿੱਚ ਥੋੜ੍ਹੀ ਆਉਂਦਾ ਹੈ। ਹੁਣ ਇਹ ਕਹਿ ਵੀ ਰਹੇ ਹਨ ਐਸਾ ਇਸ ਰਿਕਾਰਡਿੰਗ ਦੁਆਰਾ ਵੀ ਇਹਨਾਂ ਕੋਲ ਟਾਈਮ ਲੈ ਲਿਓ ਕਦੇ ਵੀ ਡਿਸਕਸ ਕਰ ਲਵਾਂਗੇ। ਨਹੀਂ, ਇਹ ਡਿਸਕਸ ਕਰਕੇ ਸਮਝ ਵਿੱਚ ਆਉਣ ਵਾਲਾ ਥੋੜ੍ਹੀ ਹੈ। ਅਧਿਆਤਮ ਜੋ ਹੈ ਇਹ ਵਿਚਾਰ ਦੁਆਰਾ ਹੱਲ ਹੋਣ ਵਾਲਾ ਥੋੜ੍ਹੀ ਹੁੰਦਾ ਹੀ। ਅਤੇ ਬੜੇ ਬੜੇ ਵਿਚਾਰਕ ਹੋਏ ਹਨ ਪੁਰਾਣੇ ਸਮੇਂ 'ਚ, ਪ੍ਰਚਾਰਕ ਹੋਏ ਹਨ, ਉਹਨਾਂ ਨੂੰ ਮੂੜ ਗਿਆ ਸਮਝ ਵਿੱਚ ਆਉਂਦਾ ਹੀ ਨਹੀਂ, ਆ ਹੀ ਨਹੀਂ ਸਕਦਾ ਹੈ। ਜਿੰਨਾ ਸਗੋਂ ਜ਼ਿਆਦਾ ਵਿਚਾਰ ਕਰੇਗਾ ਆਦਮੀ ਓਨਾ ਹੀ ਜ਼ਿਆਦਾ ਉਲਝਦਾ ਜਾਵੇਗਾ। ਇਹੋ ਹੀ ਹੋ ਰਿਹਾ ਹੈ। ਕਈ ਪ੍ਰੇਮੀ ਸੁਣਦੇ ਹਨ, ਉਹ ਫਿਰ ਜੋ ਉਹਨਾਂ ਨੇ ਪੁਰਾਣੇ ਗੁਰੂਆਂ ਦੇ ਉਪਦੇਸ਼ ਪੜ੍ਹੇ ਹੋਏ ਹਨ ਉਹਨਾਂ ਦੁਆਰਾ ਵਿਚਾਰਦੇ ਹਨ। ਅਤੇ ਕਈ ਐਸੇ ਉਪਦੇਸ਼ ਹਨ ਜਿਹੜੇ ਵਿਪਰੀਤ ਹਨ, ਅਤੇ ਉਹਨਾਂ ਨੂੰ ਖਿਆਲ ਵਿੱਚ ਆਉਂਦਾ ਹੈ। ਜਿਵੇਂ ਕੱਲ੍ਹ ਹੀ ਇੱਕ ਕੀਰਤਨੀ ਰਾਗੀ ਦੀ ਰਿਕਾਰਡਿੰਗ ਮੈਨੂੰ ਭੇਜੀ, ਸੁਖ ਤੇਰਾ ਦਿੱਤਾ ਲਹੀ। ਕੱਲ੍ਹ ਜੋ ਮੈਂ ਗੱਲ ਕੀਤੀ ਸੀ ਵੀ ਸੁਖ ਪੱਲਰ ਤਿਆਗ ਮਾਂ ਸੁਖ ਪਾਵੇ, ਤਾਂ ਉਹਨਾਂ ਨੇ ਕਿਹਾ ਇਹ ਪ੍ਰਮਾਤਮਾ ਦੇ ਦਿੱਤੇ ਹੋਏ ਸੁੱਖ ਪ੍ਰਮਾਤਮਾ ਨੇ ਦਿੱਤੇ ਹਨ ਅਤੇ ਦੁੱਖ ਵੀ ਪ੍ਰਮਾਤਮਾ ਦੇ ਹੀ ਦਿੱਤੇ ਹਨ ਨਾ। ਫਿਰ ਦੁੱਖਾਂ ਨੂੰ ਕਿਉਂ ਛੱਡਦੇ ਹੋ ਤੁਸੀਂ? ਸੁੱਖਾਂ ਨੂੰ ਮੰਗਦੇ ਹੋ, ਦੁੱਖਾਂ ਨੂੰ ਛੱਡਦੇ। ਅਤੇ ਦੁੱਖ ਵੀ ਤਾਂ ਆਵੇਗਾ ਨਾ ਪਿੱਛੇ। ਹੁਣ ਦਿਨ ਨੂੰ ਮੰਗੋਗੇ ਅਤੇ ਰਾਤ ਕਿੱਧਰ ਜਾਵੇਗੀ? ਇਹੋ ਹੀ ਤਾਂ ਹੋ ਰਿਹਾ। ਤੁਸੀਂ ਸੁੱਖ ਮੰਗਦੇ ਹੋ ਅਤੇ ਮਿਲ ਜਾਂਦਾ ਹੈ, ਜ਼ਿਆਦਾ ਜਿੱਦ ਕਰੋਗੇ ਤਾਂ ਮਿਲੇਗਾ ਹੀ, ਪਰ ਉਹਦੇ ਪਿੱਛੇ ਦੁੱਖ ਵੀ ਆਵੇਗਾ। ਇਸੇ ਕਰਕੇ ਕਿਹਾ ਹੈ ਨਾ, ਸੁੱਖ ਮੰਗ ਅਤੇ ਦੁੱਖ ਆਗ ਲਿਆ, ਸੋ ਸੁੱਖ ਹਮਹੁ ਨਾ ਮੰਗਿਆ ਪਾਵੇ। ਕਹਿੰਦੇ ਇਹੋ ਜਿਹਾ ਨਹੀਂ ਮੰਗਦੇ ਹਾਂ ਸੰਸਾਰਿਕ ਸੁੱਖ, ਪਿੱਛੇ ਹੀ ਦੁੱਖ ਆਉਂਦਾ। ਅਤੇ ਇਸ ਕਾਰਨ ਕਿਹਾ ਜਾ ਰਿਹਾ ਹੈ ਵੀ ਸੁੱਖ ਜਿਹੜਾ ਹੈ ਨਾ ਇਹਦੇ ਨਾਲ ਮੋਹ ਨਹੀਂ ਕਰਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਔਰ ਪੈ ਨਹੀਂ ਜਾਕੇ। ਸਨੇਹ ਨਹੀਂ ਕਰਨਾ ਹੈ, ਸੁੱਖ ਦੇ ਨਾਲ ਲਗਾਵ, ਸੁੱਖ ਦੀ ਚਾਹਤ ਨਹੀਂ ਬਣਾਉਣੀ। ਸੁੱਖ ਤੋਂ ਸ਼ੁਰੂ ਕਰੋਗੇ ਅਤੇ ਦੁੱਖ ਤੋਂ ਹੀ ਛੁਟਕਾਰਾ ਮਿਲੇਗਾ। ਦੁੱਖ ਤੋਂ ਸ਼ੁਰੂ ਸਾਰੇ ਕਰਨਾ ਚਾਹੁੰਦੇ, ਦੁੱਖ ਨੂੰ ਸਾਰੇ ਹੀ ਛੱਡਣਾ ਚਾਹੁੰਦੇ ਹਨ, ਪਰ ਦੁੱਖ ਛੁੱਟਦਾ ਨਹੀਂ, ਕਿਉਂਕਿ ਸੁੱਖ ਦੀ ਵਾਸ਼ਨਾ। ਸੁੱਖ ਤੋਂ ਸ਼ੁਰੂ ਕਰੋ, ਸੁੱਖ ਦੀ ਚਾਹਤ ਛੱਡੋਗੇ ਅਤੇ ਦੁੱਖ ਤੋਂ ਵੀ ਨਿਰਲੇਪ ਹੁੰਦੇ ਜਾਓਗੇ। ਸੁੱਖ ਦੁੱਖ ਜੋ ਪਰਸੇ ਨਾਇ, ਦੋਵਾਂ ਤੋਂ ਸਵਰਗ ਨਰਕ ਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ। ਅਤੇ ਸੁੱਖ ਦੀ ਵਾਸ਼ਨਾ ਛੱਡਣੀ, ਪਰ ਉੱਥੇ ਵਿਪਰੀਤ ਵੀ ਦੂਸਰਾ ਉਪਦੇਸ਼ ਵੀ ਹੁੰਦਾ ਹੈ, ਅਤੇ ਚਰਚਾ ਦੁਆਰਾ ਕੁਛ ਹੱਲ ਨਹੀਂ ਹੁੰਦਾ। ਇਹ ਫਿਰ ਜ਼ਿਆਦਾ ਜਿਹੜੇ ਵਿਚਾਰਕ ਹੁੰਦੇ ਹਨ, ਪ੍ਰਚਾਰਕ ਹੁੰਦੇ ਹਨ, ਇਹਨਾਂ ਨੂੰ ਬਹੁਤ ਯਾਦ ਹੁੰਦੇ ਹਨ ਉਪਦੇਸ਼, ਅਤੇ ਵਿਚਾਰ ਦੁਆਰਾ ਨਹੀਂ ਸਮਝ ਵਿੱਚ ਆਉਂਦਾ। ਅਧਿਆਤਮ ਆਉਂਦਾ ਹੀ ਨਹੀਂ ਹੈ ਸਮਝ ਵਿੱਚ। ਮੈਂ ਅਕਸਰ ਕਹਿੰਦਾ ਇਹ ਵੀ ਸਮਝ ਤੋਂ ਪਰੇ, ਸਮਝ ਦੁਆਰਾ ਸਮਝਾਇਆ ਨਹੀਂ ਜਾ ਸਕਦਾ, ਸਮਝਾ ਕੇ ਵੀ ਸਮਝਾਇਆ ਨਹੀਂ ਜਾ ਸਕਦਾ। ਬਸ ਸਮਝ ਦਾ ਇਹੋ ਹੀ ਉਪਯੋਗ ਕੀਤਾ ਜਾ ਸਕਦਾ ਹੈ, ਇੰਨਾ ਹੀ ਵੀ ਸਮਝ ਦੁਆਰਾ ਤੁਸੀਂ ਇਹ ਸਮਝ ਲਵੋ ਵੀ ਜੋ ਕੁਛ ਵੀ ਦਿਖ ਰਿਹਾ ਹੈ ਤੁਹਾਨੂੰ, ਇਹ ਸਭ ਝੂਠ ਹੈ। ਝੂਠ ਤੋਂ ਛੁਟਕਾਰਾ ਦਵਾ ਸਕਦੀ ਹੈ ਸਮਝ। ਦ੍ਰਿਸ਼ਟਮਾਨ ਹੈ ਸਗਲ ਮਿਥਿਆ, ਮਿਥਿਆ ਧਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਰਿਥਿਆ ਰਾਜ ਜੋਬਨ ਧਨ ਮਾਲ। ਆਹ ਦੇਖੋ ਸਾਫ 'ਤੇ ਲਿਖਿਆ, ਸਭ ਕੁਛ ਮਿਥਿਆ ਝੂਠ ਹੈ, ਅਤੇ ਝੂਠ ਵੱਲੋਂ ਧਿਆਨ ਹਟਾਉਣਾ ਹੈ, ਅਤੇ ਬੁੱਧੀ ਦਾ ਇਹੋ ਉਪਯੋਗ ਹੁੰਦਾ ਹੈ।
ਸੱਤ ਨੂੰ ਨਹੀਂ ਜਾਣ ਸਕਦੀ ਬੁੱਧੀ, ਝੂਠ 'ਚ ਪੈਦਾ ਹੋਈ, ਝੂਠ ਨੂੰ ਜਾਣਨ ਵਾਸਤੇ ਪੈਦਾ ਹੋਈ। ਇੱਦਾਂ ਹੀ ਮਨ ਹੈ, ਅਤੇ ਝੂਠ ਨੂੰ ਝੂਠ ਦੀ ਤਰ੍ਹਾਂ ਜਾਣ ਲਓ, ਅਸੱਤ ਨੂੰ ਅਸੱਤ ਦੀ ਤਰ੍ਹਾਂ ਜਾਣ ਲਓ, ਪਰ ਜਾਣਨਾ ਬਹੁਤ ਕਠਿਨ ਹੈ। ਪਹਿਲੀ ਗੱਲ ਇਹ ਵੀ ਬਹੁਤ ਹੀ ਗਹਿਰੇ ਪ੍ਰੇਮ ਵਿੱਚ ਹੋਵੇਗਾ। ਅਸੱਤ ਦੀ ਤਰ੍ਹਾਂ ਅਸੱਤ ਨੂੰ ਜਾਣਨਾ ਇਹ ਵੀ ਸਮਝ ਕੇ ਨਹੀਂ ਹੋਵੇਗਾ। ਖਿਆਲ ਵਿੱਚ ਰੱਖੋ, ਜਿੰਨਾ ਚਿਰ ਅਸੱਤ ਅਸੱਤ ਦੀ ਤਰ੍ਹਾਂ ਦਿਖ ਨਹੀਂ ਪੈਂਦਾ ਹੈ, ਉਹਨਾਂ 'ਤੇ ਤੁਸੀਂ ਜਾਣੋਗੇ ਕਿਵੇਂ? ਸਮਝ ਕੇ ਥੋੜ੍ਹੀ। ਜਿਵੇਂ ਰਾਤ ਨੂੰ ਆਦਮੀ ਸੁਪਨਾ ਦੇਖਦਾ ਹੈ, ਹੁਣ ਸੁਪਨੇ ਨੂੰ ਜਿੰਨਾ ਮਰਜ਼ੀ ਸੁਪਨੇ ਦੇ ਵਿੱਚ ਸਮਝਦਾ ਰਹੇ, ਸਮਝ ਕੇ ਸੁਪਨਾ ਥੋੜ੍ਹੀ ਸੁੱਟ ਜਾਵੇ, ਜਾਗ ਕੇ ਛੁੱਟੇਗਾ। ਇੱਦਾਂ ਹੀ ਤੁਸੀਂ ਸੰਸਾਰ ਦੇ ਵਿਚਾਰਧਾਰਾ ਦੇ ਵਿੱਚ ਪਏ ਹੋਏ ਹੋ, ਲਗਾਤਾਰ ਮਨ ਚੱਲ ਰਿਹਾ ਹੈ। ਇਹ ਗੁਰਮੁਖ ਪਿਆਰੇ ਨੇ ਰਿਕਾਰਡਿੰਗ ਵੀ ਉਹਨਾਂ ਨੂੰ ਇੱਕ ਕਰਕੇ ਭੇਜੀ ਹੈ, ਪਰ ਸਮਝ ਵਿੱਚ ਨਹੀਂ ਆਵੇਗੀ ਵੀ ਮਨ ਚੱਲ ਰਿਹਾ ਹੈ। ਜਿੰਨਾ ਚਿਰ ਮਨ ਦੀ ਵਿਚਾਰਧਾਰਾ ਸੰਸਾਰ ਦੀ ਵਿਚਾਰਧਾਰਾ ਹੀ ਚੱਲ ਰਹੀ ਹੈ, ਅਤੇ ਉਹਨਾਂ ਚਿਰ ਸੰਸਾਰ ਦੇ ਨਾਲ ਜੁੜੇ ਹੋਏ ਹੋ। ਅਤੇ ਜਿੰਨਾ ਚਿਰ ਸੰਸਾਰ ਦੇ ਨਾਲ ਜੁੜਿਆ ਹੈ ਆਦਮੀ, ਲਗਾਵ ਹੈ, ਉਹਨਾਂ ਚਿਰ ਪਰਮਾਤਮਾ ਵੱਲ ਜਾ ਹੀ ਨਹੀਂ ਸਕਦਾ। ਅਤੇ ਅਗਰ ਰਹਿੰਦਾ ਹੋਇਆ ਸੰਸਾਰ ਵਿੱਚ ਪਰਮਾਤਮਾ ਵੱਲ ਜਾਵੇਗਾ ਤਾਂ ਕਿਸੇ ਨਾਲ ਵੀ ਜੋੜ ਨਹੀਂ ਬਣੇਗਾ। ਭਗਤਾ ਅਤੇ ਸਾਰੀਆਂ ਜੋੜ ਕਦੇ ਨਾ। ਅਤੇ ਵੈਸਾ ਹੀ ਉਹ ਨਹੀਂ ਮਿੱਤਰਾਂ ਦੋਸਤਾਂ ਨੂੰ ਪਰਿਵਾਰਾਂ ਨੂੰ ਅਟੈਂਡ ਕਰ ਪਾਵੇਗਾ, ਕਿਉਂਕਿ ਉਹਦਾ ਬਾਹਰ ਲਗਾਵ ਨਹੀਂ ਹੋਵੇਗਾ, ਉਹ ਨਿਰਲੇਪ ਹੋ ਜਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਵਾਂਗ। ਅਤੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਮੁਖ ਪਿਆਰੇ ਉਹ ਨਿਰਲੇਪ ਹੋਣਾ ਹੈ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਸੁਰਤ ਨਿਰਲੇਪ ਹੋਵੇ, ਉਹਨੂੰ ਨਿਰਲੇਪ ਕਿਹਾ।